ਮੋਗਾ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਜੰਗੀ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰ ਵੱਲੋਂ ਐਲਾਨ ਕੀਤੇ ਜਾ ਰਹੇ ਨੇ, ਡੋਰ ਟੂ ਡੋਰ ਕੰਪੇਨਿੰਗ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਦੱਸਿਆ ਜਾ ਰਿਹਾ ਜੇ ਸਾਡੀ ਸਰਕਾਰ ਆਊਗੀ ਤਾਂ ਅਸੀਂ ਇਸ ਚੀਜ਼ ਨੂੰ ਪ੍ਰਾਇੋਰਟੀ ਦੇਵਾਂਗੇ, ਇਹ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਲੋਕਾਂ ਨਾਲ ਵਾਅਦੇ ਵੀ ਕੀਤੇ ਜਾ ਰਹੇ ਨੇ ਤੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਖਾਸ ਤੌਰ ਤੇ ਮੋਗਾ ਕੈਮਿਸਟ ਐਸੋਸੀਏਸ਼ਨ ਕੀ ਸੋਚਦੀ ਹੈ। ਸਾਡੇ ਨਾਲ ਇਸ ਵੇਲੇ ਪ੍ਰਧਾਨ ਮੌਜੂਦ ਨੇ, ਰਾਜੀਵ ਗਰਗ ਹੈ ਇਹਨਾਂ ਦਾ ਨਾਮ। ਗੱਲਬਾਤ ਕਰਾਂਗੇ। ਗਰਗ ਸਾਹਿਬ, ਪਹਿਲਾਂ ਤਾਂ ਜੇ ਮੋਗਾ ਕੈਮਿਸਟ ਐਸੋਸੀਏਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕੀ ਸੋਚ ਹੈ, ਕਿਵੇਂ ਜੀ ਸਰਕਾਰ ਆਉਣੀ ਚਾਹੀਦੀ ਹੈ, ਕਿਵੇਂ ਜਿਹਾ ਕੈਂਡੀਡੇਟ ਹੋਣਾ ਚਾਹੀਦਾ? ਸਾਡੀ ਤਾਂ ਇਹੀ ਪਹਿਲਾਂ ਪਹਿਲ ਦੇ ਆਧਾਰ ਤੇ ਹੈ ਜੀ ਵੀ ਪਹਿਲਾਂ ਸਾਡਾ ਜਿਹੜਾ ਹੈਗਾ ਕੈਂਡੀਡੇਟ ਆਪਦਾ ਵਿਜ਼ਨ ਦੱਸਣ ਵੀ ਅਸੀਂ ਕੀ ਕੰਮ ਕਰਾਂਗੇ ਤੇ ਕੀ ਪਿਛਲੇ ਟਾਈਮ 'ਚ ਕੀਤਾ ਹੈ, ਪਿਛਲੇ ਟਾਈਮ ਦੇ ਨਾਲ ਤੇ ਹੁਣ ਗਾਂ ਵਾਲੇ 5 ਸਾਲ 'ਚ ਕੀ ਅਸੀਂ ਕੰਮ ਕਰਾਂਗੇ, ਮੋਗੇ ਦੀ ਡਿਵੈਲਪਮੈਂਟ ਲਈ ਕੀ ਕੰਮ ਕਰਾਂਗੇ। ਗਰਗ ਸਾਹਿਬ, ਕਈ ਦਹਾਕਿਆਂ ਤੋਂ ਰਿਵਾਇਤੀ ਪਾਰਟੀਆਂ ਚੱਲਦੀਆਂ ਆ ਰਹੀਆਂ, ਕਈ ਵਾਰੀ ਅਕਾਲੀ ਆ ਜਾਂਦੀ ਹੈ, ਕਈ ਵਾਰੀ ਕਾਂਗਰਸ ਆ ਜਾਂਦੀ ਹੈ, ਪਰ ਤੁਹਾਡੇ ਕੋਲੋਂ ਹਰ 5 ਸਾਲਾਂ ਬਾਅਦ ਆਉਂਦੇ ਹੋਣੇ ਵੋਟਾਂ ਮੰਗਣ ਦੇ ਲਈ। ਕਦੀ ਉਹਨਾਂ ਨਾਲ ਜਵਾਬ ਤਲਬ ਕੀਤਾ ਤੁਸੀਂ? ਨਹੀਂ, ਜਨਤਾ ਜਵਾਬ ਤਲਬ ਨਹੀਂ ਕਰਦੀ ਜੀ। ਇਹ ਉਸੇ ਚੀਜ਼ ਦਾ ਹੀ ਨਜਾਇਜ਼ ਫਾਇਦਾ ਉਠਾਉਂਦੀਆਂ ਪਾਰਟੀਆਂ ਵੀ ਸਾਨੂੰ ਇੱਕ ਮੌਕੇ ਤੇ ਲਾਰੇ ਲਾ ਕੇ ਚਲੇ ਜਾਂਦੇ ਆ, ਮੁੜ ਕੇ 5 ਸਾਲ ਬਾਅਦ ਆ ਕੇ ਕਹਿੰਦੇ ਵੀ ਅਸੀਂ ਤਾਂ ਵਿਕਾਸ ਬਹੁਤ ਕੀਤਾ ਤੇ ਵਿਕਾਸ ਕਰਾਂਗੇ। ਪਰ ਹੁਣ ਪਿਛਲੇ 25 ਸਾਲ ਤੋਂ ਮੋਗੇ 'ਚ ਕੋਈ ਵਿਕਾਸ ਨਹੀਂ ਹੋਇਆ, ਕੋਈ ਡਿਵੈਲਪਮੈਂਟ ਨਹੀਂ ਹੋਈ। ਲਾਸਟ ਸਾਡੇ ਇੱਥੇ 1997 ਤੋਂ 2002 ਦੀ ਸਰਕਾਰ 'ਚ ਇੱਕ ਸੈਕਟਰੀਏਟ ਬਣਿਆ ਸੀ, ਇੱਕ ਬੱਸ ਸਟੈਂਡ ਬਣਿਆ। ਜੇ ਅਸੀਂ ਉਹਨਾਂ ਨੂੰ ਸਾਰੀ ਉਮਰ ਹੁਣ ਉਸੇ ਨੂੰ ਦੇਖੀ ਚੱਲਾਂਗੇ ਵੀ ਸੈਕਟਰੀਏਟ ਬਣਾਇਆ ਜੀ, ਅਸੀਂ ਬੱਸ ਸਟੈਂਡ ਬਣਾਇਆ, ਤੇ 25 ਸਾਲ 'ਚ ਤਾਂ ਇਹ ਕੈਂਡੀਡੇਟਾਂ ਦੀ ਇਨਕਮ ਕਿੱਥੇ ਚਲੀ ਗਈ? ਜਿਹੜੇ 3-3 ਕਰੋੜ ਦੇ ਮਾਲਕ ਸੀ ਉਹ 150-150 ਕਰੋੜ ਦੇ ਮਾਲਕ ਹੋ ਗਏ। ਤੇ ਕੀ ਮੋਗੇ ਲਈ ਹੋਰ ਕੋਈ ਡਿਵੈਲਪਮੈਂਟ ਨਹੀਂ ਚਾਹੀਦੀ ਗੀ? ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਵਾਰ? ਕਾਫੀ ਪਾਰਟੀ ਦਾ ਜੇ ਕੋਈ ਬੰਦ ਲਿਫਾਫਾ ਹੈ, ਅਜੇ ਖੁੱਲਿਆ ਨਹੀਂ ਗਾ। ਜੋ ਦਿੱਲੀ ਸੁਣਦੇ ਆ ਉਹਨਾਂ ਦੀ ਕਨਵਰਸੇਸ਼ਨ ਹੈਗੀ ਹੈ, ਜਾਂ ਜੋ ਕੰਮ ਕੀਤੇ ਹੈ, ਠੀਕ ਹੈ, ਮਹੱਲਾ ਕਲੀਨਿਕ ਬਣਾਏ ਆ ਉਹਨਾਂ ਨੇ, ਡੋਰ ਟੂ ਡੋਰ ਉਹਨਾਂ ਨੇ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਿਹਦੇ ਲਈ ਲੋਕਾਂ ਨੂੰ ਪਬਲਿਕ ਨੂੰ ਧੱਕੇ ਨਹੀਂ ਖਾਣੇ ਪੈਂਦੇ ਜਾ ਕੇ ਸੁਵਿਧਾ ਸੈਂਟਰ 'ਚ ਤੇ ਦਫ਼ਤਰਾਂ 'ਚ, ਇਹ ਸੁਵਿਧਾਵਾਂ ਉਹਨਾਂ ਨੇ ਦਿੱਤੀਆਂ। ਪਰ ਹੁਣ ਪੰਜਾਬ 'ਚ ਤਾਂ ਜੇ ਪਹਿਲੀ ਵਾਰ ਟਰਾਈ ਕਰਨਾ ਹੈ ਵੀ ਉਹ ਕੀ ਕਰਦੇ ਆ ਕੀ ਨਹੀਂ ਕਰਦੇ। ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ, ਮੌਕਾ ਮਿਲਣਾ ਚਾਹੀਦਾ, ਵਿਕਲਪ ਹੋਣਾ ਚਾਹੀਦਾ, ਹਾਂ, ਚੇਂਜ ਹੋਣਾ ਚਾਹੀਦਾ ਜੇ ਉਹ ਕੁਝ ਬੈਟਰ ਕਰਨ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਣਾ ਕੀ ਜਿਹੜੇ ਕੈਮਿਸਟ ਵਾਲੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਕੀ ਮੁਸ਼ਕਿਲਾਤ ਆਉਂਦੀਆਂ ਨੇ, ਹੁਣ ਕੀ ਚਾਹੁੰਦੇ ਨੇ ਵੀ ਉਹਨਾਂ ਦਾ ਹੱਲ ਹੋ ਸਕੇ? ਸਾਨੂੰ ਮੁਸ਼ਕਿਲਾਤ ਤਾਂ ਪਹਿਲੀ ਇਹ ਆਉਂਦੀ ਹੈ ਜੀ, ਜਦੋਂ ਪੰਜਾਬ 'ਚ ਕੋਈ ਵੀ ਸਰਕਾਰ ਜਾਂ ਕੋਈ ਵੀ ਅਫਸਰਸ਼ਾਹੀ ਇਹ ਕਹਿੰਦੀ ਹੈ ਵੀ ਅਸੀਂ ਨਸ਼ਾ ਬੰਦ ਕਰਾਓ, ਨਸ਼ਾ ਬੰਦ ਕਰਾਓ, ਉੱਥੋਂ ਆਰਡਰ ਹੋ ਜਾਂਦੇ ਨਸ਼ਾ ਬੰਦ ਕਰਾਓ, ਜਾ ਕੇ ਨਸ਼ਾ ਵੇਚਣ ਵਾਲੇ ਫੜੋ। ਉਹ ਸਰਕਾਰ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਤੇ ਐਡਮਿਨਿਸਟ੍ਰੇਸ਼ਨ ਹੈ ਉਹ ਜਾ ਕੇ ਦਵਾਈਆਂ ਵਾਲਿਆਂ ਦੀ ਰੇਡ ਕਰਨੀ ਸ਼ੁਰੂ ਕਰ ਦਿੰਦੀ ਹੈ, ਠੀਕ ਹੈ। ਉਹ ਦਵਾਈ ਕੋਈ ਫੜ ਲੈਣ, ਉਹ ਕਹਿੰਦੇ ਅਸੀਂ ਅੱਜ ਇੰਨੇ ਦਾ ਨਸ਼ਾ ਫੜਿਆ, ਉਹ ਲੈਬ 'ਚੋਂ ਪਤਾ ਨਹੀਂ ਮੁੜ ਕੇ ਉਹ ਕੀ ਨਿਕਲਦਾ ਕੀ ਨਹੀਂ। ਇੱਕ ਵਾਰੀ ਤਾਂ ਬਦਨਾਮੀ, ਇੱਕ ਵਾਰੀ ਉਹ ਬਦਨਾਮੀ ਕਿ ਉਹ ਸਾਡੇ ਬੰਦਿਆਂ ਨੂੰ 6-6 ਮਹੀਨੇ ਨਜਾਇਜ਼ ਜੇਲ੍ਹਾਂ 'ਚ ਬਹਿਣਾ ਪੈਂਦਾ। ਸਾਡੇ ਹੁਣੇ ਤਾਜ਼ਾ ਇੱਕ 13 ਨਵੰਬਰ ਨੂੰ ਮੋਗੇ ਜੀਰਾ ਰੋਡ ਤੇ ਚਰਚ ਦੇ ਸਾਹਮਣੇ ਮਨਚੰਦਾ ਮੈਡੀਕੋ ਸੀ, ਉਹਨਾਂ ਦੇ ਇੱਕ ਦਵਾਈ ਫੜ ਲਈ, ਉਹਨੂੰ ਕਹਿੰਦੇ ਮੌਕੇ ਤੇ ਬਿੱਲ ਦਿਖਾ, ਮੌਕੇ ਤੇ ਉਹਦੇ ਕੋਲ ਬਿੱਲ ਨਹੀਂ ਲੱਭਿਆਗਾ। ਉਹਨੇ ਕਿਹਾ ਮੇਰੇ ਕੋਲ ਫੁੱਲ ਬਿੱਲ ਦੀ ਪਰਚੇਜ ਦੀ ਆਈਟਮ ਹੈ, ਮੈਂ ਲਾਇਸੈਂਸੀ ਦੁਕਾਨਦਾਰ ਹੈ। ਨਾ ਜੀ, ਉਹਦੇ ਪਰਚਾ ਕਰਤਾ NDPS ਦਾ, ਠੀਕ ਹੈ। ਉਹਨੂੰ 3 ਮਹੀਨੇ ਬਾਅਦ ਜਾ ਕੇ ਹੁਣ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ ਬਈ ਜੀ ਇਹ ਤਾਂ ਜਾਇਜ਼ ਹੈ, ਇਹਦੇ ਕੋਲ ਬਿੱਲ ਵੀ ਹੈਗਾ, ਇਹਦੇ ਕੋਲ ਲਾਇਸੈਂਸ ਵੀ ਹੈਗਾ, ਇਹਦੇ ਤੇ ਪਰਚਾ ਕਿਉਂ ਕੀਤਾ NDPS ਦਾ? ਮਤਲਬ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਨਹੀਂ ਫੜਿਆ ਉਹਨਾਂ ਨੂੰ ਨਹੀਂ ਹੱਥ ਪਾਇਆ ਜਾਂਦਾ। ਸਿਰਫ ਜਦੋਂ ਕੋਈ ਵੀ ਨਸ਼ੇ ਦੀ ਗੱਲ ਆਉਂਦੀ ਹੈ, ਚੰਡੀਗੜ੍ਹੋਂ ਤੁਰਦੀ ਹੈ, ਉਹ ਦਵਾਈਆਂ ਵਾਲਿਆਂ ਤੇ ਨਜ਼ਲਾ ਡਿੱਗਦਾ ਹੈ। ਮੇਰੀ ਹੁਣੇ ਕਿਸੇ ਐਸੋਸੀਏਸ਼ਨ ਕੈਮਿਸਟ ਵਾਲਿਆਂ ਨਾਲ ਵੀ ਗੱਲ ਹੋ ਰਹੀ ਸੀ, ਉਹ ਵੀ ਕਹਿੰਦੇ ਯਾਰ ਅਸੀਂ ਸਰਕਾਰਾਂ ਤੋਂ ਕੀ ਲੈਣਾ, ਕਹਿੰਦੇ ਵੀ ਸਾਡੇ ਤਾਂ ਅਫਸਰਾਂ ਜਿਹੜੇ ਹੈਗੇ ਨੇ ਉਹੀ ਸੁਧਰ ਜਾਣਾ ਤੇ ਮੈਂ ਕਹਿੰਦਾ ਸਾਰਾ ਏਰੀਆ ਕਲੀਨ ਹੋ ਜਾਊਗਾ। ਵੀ ਜੇ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਤੇ ਉਹ ਡਰੱਗ ਇੰਸਪੈਕਟਰ ਆਉਂਦੇ ਨੇ ਜਾਂ ਕੋਈ ਟੀਮ ਆ ਜਾਂਦੀ ਉਹਨਾਂ ਦੀ, ਸਾਨੂੰ ਟਾਰਗੇਟ ਕਰ ਦਿੰਦੇ ਨੇ। ਉਹ ਡਰੱਗ ਇੰਸਪੈਕਟਰ ਦੀ ਟੀਮ ਹੈ, ਡਰੱਗ ਇੰਸਪੈਕਟਰ ਨੂੰ ਉੱਥੋਂ ਟਾਰਗੇਟ ਕੀਤਾ ਜਾਂਦਾ ਬਈ ਤੁਸੀਂ ਜਾ ਕੇ ਦਵਾਈਆਂ ਵਾਲੇ ਰੇਡ ਕਰੋ। ਜਦੋਂ ਉਹਦੀ ਡਰੱਗ ਲਾਇਸੈਂਸ ਦੇ ਚਿੱਟਾ ਦੇਖੋ ਜੀ, ਉਹੀ ਤਾਂ ਗੱਲ ਹੈ ਨਾ, ਇਹ ਚਿੱਟਿਆਂ ਦੀ ਗੱਲਾਂ ਚੱਲਦੀ ਪਈ ਆ, ਹੈਰੋਇਨ ਦੀਆਂ ਗੱਲਾਂ ਚੱਲੀਆਂ, ਦੁਕਾਨਾਂ ਦਵਾਈਆਂ ਤੇ ਜਾ ਕੇ ਨਜ਼ਲਾ ਡਿੱਗਦਾ ਵੀ ਚਲੋ ਜੀ ਆਹ ਫੜ ਲਓ। ਜੇ ਉਹ ਦਵਾਈ ਨਹੀਂ ਮਿਲਦੀ, ਕਿਹੜਾ ਅਫਸਰ ਰਾਤ ਨੂੰ ਐਲਪ੍ਰੈਕਸ ਦੀ ਗੋਲੀ ਖਾ ਕੇ ਨਹੀਂ ਸੌਂਦਾ? ਕਿਹੜਾ ਪੋਲੀਟੀਸ਼ੀਅਨ ਰਾਤ ਨੂੰ ਐਲਪ੍ਰੈਕਸ ਦੀ ਗੋਲੀ ਖਾ ਕੇ ਨਹੀਂ ਸੌਂਦਾ? ਹਰ ਡਾਕਟਰ ਨੇ ਉਹਨੂੰ ਲਿਖੀ ਵੀ ਹੈ। ਤੇ ਜਦੋਂ ਉਹਨੂੰ ਖਰੀਦਣ ਜਾਣਾ ਪੈਂਦਾ ਉਦੋਂ ਕਿੰਨੀ ਮੁਸ਼ੱਕਤ ਕਰਨੀ ਪੈਂਦੀ ਹੈ। ਹਾਂ, ਉਹ ਇਲੀਗਲ ਵਿਕੀ ਜਾਂਦੀ ਹੈ। ਜਿਹੜਾ ਜੈਨੂਇਨ ਦੁਕਾਨਦਾਰ ਉਹ ਡਰਦਾ ਹੀ ਨਹੀਂ ਮੰਗਾਉਂਦਾ, ਮੈਂ ਹਿਸਾਬ ਕਿਤਾਬ 'ਚੋਂ ਕੀ ਲੈਣਾ, ਇਹਨੂੰ ਜਵਾਬ ਹੀ ਦੇ ਦਿਓ ਮਰੀਜ਼ ਨੂੰ। ਉਹਦੇ ਨਾਲ
ਕਿੰਨੇ ਅਸੀਂ ਗਾਹਕ ਆਪਦੇ ਖਰਾਬ ਕਰ ਲੈਂਦੇ ਜਦੋਂ ਅਸੀਂ ਉਹਨੂੰ ਜਿਹੜੀ ਰਿਸਟ੍ਰਿਕਟਡ ਆਈਟਮ ਦੇ ਨਹੀਂ ਪਾਉਂਦੇ। ਉਹ ਕਹਿੰਦਾ ਜੀ ਜੋ ਤੁਹਾਡੇ ਕੋਲ ਇਹ ਹੈ ਨਹੀਂ, ਬਾਕੀ ਦਵਾਈਆਂ ਹੀ ਮੈਂ ਕਿਤੋਂ ਲੈ ਲੂੰ। ਉਹ ਹਸਪਤਾਲਾਂ ਦੇ ਅੰਦਰ ਜਿੰਨੀਆਂ ਦੁਕਾਨਾਂ ਹੈ ਉਹਨਾਂ ਤੇ ਜਿੰਨੀ ਮਰਜ਼ੀ ਲੈ ਲਓ। ਤੁਸੀਂ ਵੀ ਬਹੁਤ ਮਾੜੇ ਹਾਲਾਤਾਂ 'ਚ ਗੁਜ਼ਰ ਰਹੇ ਹੋ। ਹਾਂ ਬਿਲਕੁਲ। ਜਦੋਂ ਹੁਣ 13 ਨਵੰਬਰ ਨੂੰ ਮੋਗੇ ਸਾਡੇ ਉਹ ਰੇਡ ਹੋਇਆ ਹੈ, 7 ਦੁਕਾਨਾਂ ਤੇ ਸਵੇਰੇ 8 ਵਜੇ ਪੁਲਿਸ ਜਾ ਕੇ ਬਹਿ ਗਈ, ਤੁਹਾਡੀ ਆਈ ਚੈਕਿੰਗ ਹੋਣੀ ਹੈ, ਜਿਹਦੇ 'ਚ ਇੱਕ ਮਚੰਦਾ ਮੈਡੀਕੋਜ ਦੇ ਚੈਕਿੰਗ ਨਾਲ ਹੀ ਸਟਾਰਟ ਹੋ ਗਈ। ਠੀਕ ਹੈ, ਸ਼ਾਮ ਨੂੰ 12 ਤਰੀਕ ਨੂੰ ਬਠਿੰਡੇ ਹੋਮ ਮਿਨਿਸਟਰ ਪੰਜਾਬ ਨੇ IG ਦੀ ਤੇ DGP ਦੀ ਹਾਜ਼ਰੀ 'ਚ ਫੈਸਲਾ ਕੀਤਾ ਵੀ ਨਸ਼ੇ ਤੇ ਇੱਕਦਮ ਰੋਕ ਲਾਓ, ਕਿਉਂਕਿ ਨਵਜੋਤ ਸਿੱਧੂ ਦਾ ਪ੍ਰੈਸ਼ਰ ਸੀਗਾ ਵੀ ਨਸ਼ਾ ਨਹੀਂ ਬੰਦ ਹੋ ਰਿਹਾ, ਚਲੋ ਸਾਰੇ ਦਵਾਈਆਂ ਵਾਲਿਆਂ ਨੇ ਰੇਡ ਕਰ ਦਿਓ। ਉਸ ਦਿਨ ਪੰਜਾਬ 'ਚ 13 ਨਵੰਬਰ ਨੂੰ ਪੂਰੇ ਪੰਜਾਬ 'ਚ ਮਾਲਵਾ ਸਪੈਸ਼ਲੀ ਹਰ ਦੁਕਾਨ ਤੇ ਰੇਡ ਹੋਈ ਹੈ। ਵੈਸੇ ਕਹਿੰਦੇ ਜਦੋਂ ਕੋਈ ਕੰਮ ਕਰਾਉਣ ਜਾਓ ਤੇ ਸਾਡੇ ਕੋਲੋਂ ਟੀਮਾਂ ਜਿਹੜੀਆਂ ਸਾਡੇ ਕੋਲ EMPLOYEES ਪੂਰੇ ਨਹੀਂ ਹੈਗੇ ਆ, ਪੂਰੇ ਹੈ ਨਹੀਂ, ਪੂਰੇ ਪੰਜਾਬ 'ਚ ਰੇਡ ਹੋ ਰਹੀਆਂ। ਪੰਜਾਬ 'ਚ ਰੇਡ ਹੋ ਰਹੀ ਹੈ। ਸਿਰਫ ਹੋਮ ਮਿਨਿਸਟਰ ਸਾਹਿਬ ਦੇ ਹੁਕਮ ਆ ਗਏ ਵੀ ਅੱਜ ਵੀ ਨਸ਼ਾ ਰੋਕਣਾ ਹੈ। ਮੌਕੇ ਦਾ ਵਪਾਰੀ ਵਰਗ ਦੀ ਗੱਲ ਕੀਤੀ ਜਾਵੇ ਤਾਂ, ਕਿਉਂਕਿ ਤੁਸੀਂ ਮੇਨ ਮਾਰਕੀਟ ਦੇ ਵਿੱਚ ਬੈਠੇ ਹੋ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜ਼ਰੂਰ ਹੋ, ਵਪਾਰੀਆਂ ਦੀ ਜੇ ਗੱਲ ਕੀਤੀ ਜਾਵੇ ਓਵਰਆਲ ਸਾਰਿਆਂ ਨੂੰ ਨਾਲ ਲੈ ਕੇ ਕਿਆ ਮੁਸ਼ਕਿਲਾਂ ਆ ਰਹੀਆਂ ਨੇ? ਮੁਸ਼ਕਲਾਤ ਤਾਂ ਇਹੀ ਹੈ ਜੀ, ਕੋਈ ਸਰਕਾਰੀ ਕੰਮ ਨਹੀਂ ਹੁੰਦਾਗਾ, ਦਫ਼ਤਰਾਂ 'ਚ ਧੱਕੇ ਖਾਈ ਚੱਲੋ। ਵਰਕ ਕਲਚਰ ਹੀ ਖਤਮ ਹੋ ਗਿਆ ਪੰਜਾਬ 'ਚ ਹੁਣ ਪਿਛਲੇ 15 ਸਾਲਾਂ ਤੋਂ। ਕੋਈ ਵਰਕ ਕਲਚਰ ਨਹੀਂਗਾ। ਕਿਸੇ ਗਵਰਨਮੈਂਟ ਆਫਿਸ ਚਲੇ ਜਾਓ, ਪਹਿਲਾਂ ਤਾਂ ਮੁਲਾਜ਼ਮ ਬੈਠਾ ਨਹੀਂ ਮਿਲਦਾ, ਜੇ ਬੈਠਾ ਤਾਂ ਉਹ ਕੰਮ ਨਹੀਂ ਕਰਨ ਨੂੰ ਤਿਆਰ। ਇਹ ਸਹੀ ਕਿਵੇਂ ਹੋਊਗਾ? ਤੁਸੀਂ ਤੁਹਾਡੀ ਕੋਈ ਸਲਾਹ? ਕੋਈ ਉੱਤੋਂ ਡੰਡਾ ਚੱਲੂਗਾ, ਸਵੇਰੇ ਹਾਜ਼ਰੀ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹਦੀ ਹਾਜ਼ਰੀ ਪ੍ਰੋਪਰ ਹੋਊਗੀ, ਉਹਦੀ ਕੋਈ ਨਾ ਕੋਈ ਜਿਹੜੀ ਹੈ ਰਿਸਪੌਂਸਿਬਿਲਿਟੀ ਫਿਕਸ ਹੋਊਗੀ, ਫੇਰ ਹੀ ਜਾ ਕੇ ਕੰਮ ਠੀਕ ਹੋਊਗਾ। ਹੁਣ तमाम 2002 ਤੋਂ 2007 ਤੱਕ ਵੀ ਕੈਪਟਨ ਸਾਹਿਬ ਦੀ ਜੋ ਸਰਕਾਰ ਸੀ, ਉਦੋਂ ਦਫ਼ਤਰਾਂ 'ਚ ਵਰਕ ਕਲਚਰ ਸੀਗਾ। 2007 ਤੋਂ ਲੈ ਕੇ 2022 ਤੱਕ ਵਰਕ ਕਲਚਰ ਬਿਲਕੁਲ ਸਵੀਪ ਹੋ ਚੁੱਕਾ ਹੈ, ਖਤਮ ਹੋ ਗਿਆ। ਗਰਗ ਜੀ, ਹੁਣ ਤਾਂ ਤੁਸੀਂ ਮੰਨਦੇ ਹੋ ਨਾ ਵੀ ਲੋਕ ਜਾਗਰੂਕ ਹੋ ਗਏ ਨੇ, ਹੁਣ ਸਵਾਲ ਪੁੱਛਦੇ ਨੇ, ਚਾਹੇ ਲੀਡਰ ਕੋਈ ਵੀ ਹੋਵੇ। ਜਾਗਰੂਕ ਪਹਿਲਾਂ ਵੀ ਸੀਗੇ ਜੀ, ਠੀਕ ਹੈ, ਸਵਾਲ ਨਹੀਂ ਸੀ ਕੋਈ ਪੁੱਛਦਾ, ਸਵਾਲ ਨਹੀਂ ਕੋਈ ਕਰਦਾ ਸੀਗਾ। ਤੁਸੀਂ ਵੇਖੋਗਾ, ਐਂ ਕਰੋ ਕਿਸੇ ਲੀਡਰ ਨਾਲ ਡਿਬੇਟ ਕਰ ਲਓ, ਉਹਨੂੰ ਪੁੱਛ ਵੀ ਤੂੰ ਅਗਲੇ ਪਿਛਲੀ ਵਿਕਾਸ ਨੂੰ ਛੱਡ ਦੇ, ਅਗਲੇ 5 ਸਾਲ ਦੀ ਜਿਹੜੀ ਹੈ ਡਿਵੈਲਪਮੈਂਟ ਦੱਸ ਕੀ ਕਰੇਗਾ। ਉਹ ਕਹਿੰਦੇ ਅਸੀਂ ਸਟੇਡੀਅਮ ਬਣਾ ਦੇਵਾਂਗੇ। ਉਹ ਸਟੇਡੀਅਮ ਤੋਂ ਕੀ ਲੈਣਾ? ਉਹ ਤਾਂ 100 ਬੱਚਾ ਵੱਧ ਤੋਂ ਵੱਧ ਸਟੇਡੀਅਮ 'ਚ ਖੇਲਣ ਜਾਊ ਕਿ ਨਹੀਂ ਜਾਊ, ਉਹਦੀ ਮੇਨਟੇਨੈਂਸ ਨਹੀਂ ਹੁੰਦੀ, ਉਹਦੇ ਖਰਚੇ ਹੀ ਪੈਂਦੇ ਆ ਕਾਗਜ਼ਾਂ 'ਚ। ਬਈ ਜੀ ਅਸੀਂ ਇੱਕ ਪਹਿਲਾਂ ਸਟੇਡੀਅਮ ਬਣਾਇਆ ਗੋਦੇ ਵਾਲੇ, ਇੱਕ ਅਸੀਂ ਹੋਰ ਬਣਾ ਦੇਵਾਂਗੇ। ਉਹਦੀ ਸ਼ਹਿਰ ਦਾ ਦੱਸੋ। ਸਾਡਾ ਮੇਨ ਬਾਜ਼ਾਰ ਹੈ ਜੀ, ਜਿੰਨਾ ਇੱਥੇ ਟ੍ਰੈਫਿਕ ਹੈ ਤੇ ਜਿੰਨੀ ਇੱਥੇ ਬਾਜ਼ਾਰ 'ਚ ਕਸਟਮਰ ਹੈ, ਜ਼ਮੀਨ ਅਸਮਾਨ ਦਾ ਅੰਤਰ ਹੈ। ਕਸਟਮਰ 0 ਹੈ ਤੇ ਟ੍ਰੈਫਿਕ 100% ਹੈ। ਕਿਉਂ? ਜਿੰਨਾ ਬਾਈਪਾਸ ਤੋਂ ਟ੍ਰੈਫਿਕ ਆਉਂਦਾ ਹੈ, ਠੀਕ ਹੈ, ਜਿਹਨੇ ਅੰਮ੍ਰਿਤਸਰ ਜਲੰਧਰ ਵੀ ਜਾਣਾ ਨਾ, ਵੱਡਾ ਹੈ ਵੀ ਟ੍ਰੈਫਿਕ ਹੈ, ਉਹ ਸ਼ਹਿਰ ਵਿੱਚ ਦੀ ਕੱਢਦੇ ਆ ਨਿਰਾ ਰਸ਼। ਤੇ ਬਾਜ਼ਾਰ 'ਚ ਕਿਸੇ ਦੁਕਾਨ ਤੇ ਵੀ ਕਸਟਮਰ ਮੈਨੂੰ ਦਿਖਾ ਦਿਓ, ਸਿਸਟਮ ਹੀ ਹੈ ਨਹੀਂ, ਇੰਪਲੀਮੈਂਟੇਸ਼ਨ ਹੀ ਹੈ ਨਹੀਂ। ਆ ਪਰਸੋਂ ਦੇ ਅਖਬਾਰ 'ਚ ਨਿਕਲਿਆ ਸੀ, ਮੇਨ ਬਾਜ਼ਾਰ 'ਚ ਜਿਹੜਾ ਹੈਗਾ ਹੈਵੀ ਟ੍ਰੈਫਿਕ ਬੈਨ ਕੀਤਾ 1 ਮਹੀਨੇ ਲਈ, ਠੀਕ ਹੈ, ਉਹ ਕਾਗਜ਼ਾਂ 'ਚ ਇੰਪਲੀਮੈਂਟ ਹੈ ਵੀ ਬੈਨ ਕਰਤਾ ਉੱਥੇ ਜਾ ਕੇ। ਔਰ ਹਰ ਮਹੀਨੇ ਇਹ DC ਦੀ ਮੀਟਿੰਗ 'ਚ ਇਹ ਹੁੰਦਾ, ਅਖਬਾਰ 'ਚ ਅਗਲੇ ਦਿਨ ਆ ਜਾਂਦਾ ਮੇਨ ਬਾਜ਼ਾਰ 'ਚ 8 ਤੋਂ 8 ਹੈਵੀ ਟ੍ਰੈਫਿਕ ਬੈਨ ਹੈ, ਤੇ ਦਿਨੇ ਤੁਸੀਂ ਜਿੰਨਾ ਮਰਜ਼ੀ ਹੈਵੀ ਟ੍ਰੈਫਿਕ ਲੱਭ ਲਓ। ਟਰਾਲੀਆਂ ਇੱਥੇ ਤੁਰੀਆਂ ਫਿਰਦੀਆਂ, ਕੈਂਟਰ ਇੱਥੇ ਤੁਰੇ ਫਿਰਦੇ ਆ, ਟੈਂਪੂ ਇੱਥੇ ਤੁਰੇ ਫਿਰਦੇ ਆ। ਇੰਪਲੀਮੈਂਟੇਸ਼ਨ ਹੈ ਨਹੀਂ। ਕਿਵੇਂ ਆਉਂਦੇ ਨੇ ਜੇ ਬੈਨ ਹੀ ਹੋ ਗਿਆ ਤਾਂ? ਤੇ ਜਦੋਂ ਰੋਕਣਾ ਹੀ ਕਿਸੇ ਨੇ ਨਹੀਂ, ਰੋਕਣਾ ਹੀ ਕਿਸੇ ਨੇ ਨਹੀਂਗਾ। ਇੰਪਲੀਮੈਂਟੇਸ਼ਨ ਨਿਲ ਹੈ, ਇਹ ਕਾਗਜ਼ਾਂ 'ਚ ਹੀ ਬੈਨ ਹੈ। ਹੁਣ ਮੈਨੂੰ ਦੱਸੋ, ਤੁਸੀਂ ਸਾਥੋਂ ਬਿੱਲ ਮੰਗਦੇ ਹੋ ਬਈ ਜੀ ਅਸੀਂ ਇਹ ਚੈੱਕ ਕੀਤਾ, ਆਹ ਦਵਾਈ ਦਾ ਤੁਸੀਂ ਬਿੱਲ ਕੱਢੋ। ਆਪਾਂ ਕਿਸੇ ਸਰਕਾਰੀ ਦਫ਼ਤਰ ਜਾਂਦੇ ਆ ਜੀ, ਅਸੀਂ ਨਾ ਮਹੀਨਾ ਪਹਿਲਾਂ ਇੱਕ ਕੰਮ ਕਰਾਇਆ ਸੀ ਤੇ ਇਹ ਸਾਡਾ ਰਿਕਾਰਡ ਸਾਨੂੰ ਕਾਪੀ ਚਾਹੀਦੀ। ਉਹ ਕਹਿੰਦੇ ਐਡੀ ਜਲਦੀ ਨਹੀਂ ਲੱਭਣੀ, ਹਫ਼ਤੇ ਬਾਅਦ ਆਈਓ, 10 ਦਿਨ ਬਾਅਦ ਆਈਓ। ਤੇ ਅਸੀਂ ਖੜੇ ਪੈਰ 3 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਕੋਈ ਪਰਚੇਜ ਕੀਤੀ ਹੈ, ਅਸੀਂ ਖੜੇ ਪੈਰ ਔਨ ਡਿਮਾਂਡ ਬਿੱਲ ਕਿੱਥੋਂ ਦਿਖਾ ਦਈਏ? ਨਹੀਂ ਤਾਂ ਪਰਚਾ ਕਰ ਦਿਓ ਤੇ NDPS ਲਾ ਦਿਓ। ਉਹਦਾ ਰਿਜ਼ਲਟ ਪਤਾ ਨਹੀਂ ਕੀ ਹੈ, ਟੈਸਟ 'ਚ ਕੀ ਨਿਕਲਣਾ ਹੈ। ਮੈਨੂੰ ਦੱਸੋ, ਤੁਸੀਂ ਦਵਾਈ ਹੱਥ 'ਚ ਫੜ ਕੇ ਕਿਵੇਂ ਕਹਿ ਦਿੰਦੇ ਹੋ ਵੀ ਇਹ ਨਸ਼ੇ ਵਾਲੀਆਂ ਗੋਲੀਆਂ ਫੜੀਆਂ? ਨਸ਼ੇ ਵਾਲੀਆਂ ਗੋਲੀਆਂ ਤਾਂ ਲੈਬੋਰਟਰੀ ਟੈਸਟ ਕਰੂਗੀ, ਫਿਰ ਉਹ ਦੱਸੂਗੀ ਵੀ ਨਸ਼ੇ ਵਾਲੀਆਂ ਗੋਲੀਆਂ ਫੜੀਆਂ। ਨਾਲੇ ਤਾਂ ਕਿਹਾ ਜਾ ਰਿਹਾ ਸੀ ਪਿੱਛੇ ਜੇ ਰੂਲ ਵੀ ਲਾਗੂ ਹੋਇਆ ਸੀ ਵੀ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਿਨਾ ਕੋਈ ਵੀ ਨਸ਼ੇ ਦੀ ਗੋਲੀ ਹੈਗੀ ਉਹ ਵੇਚੀ ਨਹੀਂ ਜਾਊਗੀ। ਨਸ਼ੇ ਦੀ ਗੋਲੀ ਕੋਈ ਨਹੀਂ ਹੈ ਜੀ, ਨਸ਼ੇ ਦੀ ਗੋਲੀ ਕੋਈ ਨਹੀਂ, ਨਸ਼ੇ ਦੀ ਗੋਲੀ ਕੋਈ ਨਹੀਂ ਗੀ। ਐਲਪ੍ਰੈਕਸ ਦੀ ਜਿੰਦੀ ਗੱਲ ਕੀਤੀ ਤੁਸੀਂ, ਉਹ ਕਾਹਦਾ ਨਸ਼ਾ ਜੀ ਦੱਸੋ ਤੁਸੀਂ? ਆਪਾਂ ਗੁੜ ਵੀ ਜ਼ਿਆਦਾ ਖਾ ਲੈਂਦੇ ਆ, ਜੇ ਜ਼ਿਆਦਾ ਗੁੜ ਖਾ ਲਾਂਗੇ ਆਪਾਂ ਨੂੰ ਲੂਜ਼ ਮੋਸ਼ਨ ਲੱਗਦੇ ਕਿ ਨਹੀਂ ਲੱਗਦੇ? ਫਿਰ ਐਲਪ੍ਰੈਕਸ ਜੇ ਇੱਕ ਖਾਵਾਂਗੇ ਤਾਂ ਆਪਣੇ ਮਸਲ ਰਿਲੈਕਸ ਹੋਣਗੇ, ਟੈਨਸ਼ਨ ਲੀਵ ਹੋਊਗੀ। ਅੱਛਾ ਹਾਂ, ਜੇ ਆਪਾਂ 10 ਗੋਲੀਆਂ ਜਾਂ 20 ਗੋਲੀਆਂ ਫੱਕਾ ਮਾਰਾਂਗੇ ਉਹਦਾ ਨੁਕਸਾਨ ਹੈ। ਅਸੀਂ ਉਹਦੀ ਜਿਹੜੀ ਹੈ ਡਰੱਗ ਅਬਿਊਜ਼ਿੰਗ ਕਰ ਰਹੇ ਹਾਂ,
ਯੂਜ਼ ਨਹੀਂ ਕਰ ਰਹੇ, ਅਬਿਊਜ਼ ਕਰ ਰਹੇ ਹੈ। ਹਰ ਚੀਜ਼ ਬਣਾਈ ਤਾਂ ਜਿਹੜੀ ਦਵਾਈਆਂ ਵੀ ਬਣਾਈਆਂ ਗਈਆਂ ਤੁਹਾਡੀ ਗਵਰਨਮੈਂਟ ਆਫ ਇੰਡੀਆ ਨੇ ਡਰੱਗ ਲਾਇਸੈਂਸ ਦੇ ਹੇਠਾਂ ਮੈਨੂਫੈਕਚਰਿੰਗ ਹੁੰਦੀ ਦਵਾਈਆਂ ਦੀ, ਨਾ ਕਿ ਕੋਈ ਆਪਾਂ ਜੋ ਮਰਜ਼ੀ ਬਣਾਈ ਜਾਂਦੇ ਆ। ਇਹ ਤਾਂ ਹੈ ਨਹੀਂ ਗੰਨਾ ਪੀੜ ਕੇ ਗੁੜ ਬਣਾਈ ਜਾਂਦੇ ਆ। ਅੱਛਾ ਗਰਗ ਜੀ, ਹੁਣ ਥੋੜਾ ਜਿਹਾ ਹਟ ਕੇ ਸਵਾਲ ਹੈ ਕਿ ਪਿੱਛੇ ਲੁਧਿਆਣਾ ਦੇ ਵਿੱਚ ਉਹ ਕੈਮਿਸਟ ਸ਼ਾਪ ਖੁੱਲੀ ਸੀ, 13 ਹੀ 13 ਕੁਛ ਐਵੇਂ ਕਰਕੇ ਉਹਨਾਂ ਨੇ ਖੋਲੀ ਸੀ, ਤੇ ਉਦੋਂ ਕਾਫੀ ਬਵਾਲ ਖੜਾ ਹੋਇਆ ਸੀ। ਹੁਣ ਸਾਰਾ ਠੀਕ ਹੈ ਕਿਉਂਕਿ ਮੰਨਿਆ ਇਹ ਜਾ ਰਿਹਾ ਸੀ ਕਿ ਦਵਾਈਆਂ ਦੇ ਉੱਤੇ ਰੇਟ ਬਹੁਤ ਜ਼ਿਆਦਾ ਲਿਖੇ ਹੁੰਦੇ ਨੇ ਪਰ ਦਵਾਈਆਂ ਦੇ ਰੇਟ ਘੱਟ ਹੁੰਦੇ ਨੇ। ਇਹਦੇ ਪਿੱਛੇ ਕੀ ਰੀਜ਼ਨ ਹੈਗਾ? ਇਸ ਲਈ ਪੁੱਛ ਰਿਹਾ ਕਿਉਂਕਿ ਇਹ ਵੀ ਭ੍ਰਿਸ਼ਟਾਚਾਰ ਦਾ ਇੱਕ ਪਾਰਟ ਆ। ਗਵਰਨਮੈਂਟ ਆਫ ਇੰਡੀਆ ਦੀ ਇਹ ਕਮਜ਼ੋਰ ਨੀਤੀ ਹੈ ਜੀ। ਉਹ MRP ਕਿਉਂ ਨਹੀਂ ਘਟਵਾਉਂਦੀ ਗੀ? ਜਿਹੜੇ MRP ਤੇ ਜਨ ਔਸ਼ਧੀ 'ਚ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹ ਬਾਜ਼ਾਰ 'ਚ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਸੈਂਟਰਲ ਗਵਰਨਮੈਂਟ ਰੇਟ ਅਪਰੂਵਲ ਦਿੰਦੀ ਹੈ, MRP ਸੈਂਟਰ ਗਵਰਨਮੈਂਟ ਫਿਕਸ ਕਰਦੀ ਹੈ। ਗਵਰਨਮੈਂਟ ਕਿਉਂ ਨਹੀਂ ਉਹਨੂੰ ਪ੍ਰੋਡਕਸ਼ਨ ਕਾਸਟ ਦੇ ਬੇਸ ਤੇ ਜਾ ਕੇ MRP ਫਿਕਸ ਕਰਦੀ ਗੀ? ਜੇ ਮੇਰੀ 3 ਰੁਪਏ ਦੀ ਮੇਰੀ ਪ੍ਰੋਡਕਸ਼ਨ ਕਾਸਟ ਹੈ, ਠੀਕ ਹੈ, ਉਹਦੇ ਤੇ ਕਿਉਂ 30 ਰੁਪਏ MRP ਜਿਹੜੇ ਅਲਾਉਡ ਹੈ ਜੀ? ਜੇ ਜਨ ਔਸ਼ਧੀ 'ਚ ਘੱਟ MRP ਦੀ ਮੈਡੀਸਨ ਅਵੇਲੇਬਲ ਹੈ ਤੇ ਫਿਰ ਬਾਜ਼ਾਰ 'ਚ ਕਿਉਂ ਨਹੀਂ ਉਹ ਦਿੰਦੇਗੇ? ਇਹਦੇ ਪਿੱਛੇ ਵੀ ਕੁਛ ਨਾ ਕੁਛ ਪਿੱਛੇ ਗਵਰਨਮੈਂਟ ਪੈਸੇ ਲੈਂਦੀ ਹੈ ਇਸ਼ੂ ਕਰਨ ਦੇ। ਹਾਂ, ਫਾਰਮਾਸਿਊਟੀਕਲ ਇੰਡਸਟਰੀ ਹਾਵੀ ਹੈ ਗਵਰਨਮੈਂਟ ਤੇ, ਉਹ ਆਪਦੀ ਮਰਜ਼ੀ ਦੇ MRP ਦਿਖਾ ਲੈਂਦੇ ਆ। ਇਹ ਇਸ਼ੂ ਰੇਜ਼ ਕਰੋਗੇ ਤੁਸੀਂ? ਜੇ ਅਸੀਂ ਬਹੁਤ ਵਾਰੀ ਰੇਜ਼ ਕੀਤਾ ਜੀ ਪਰ ਇਹਦੀ ਕੋਈ ਸੁਣਵਾਈ ਨਹੀਂ। ਜੇ ਗਵਰਨਮੈਂਟ ਆਫ ਇੰਡੀਆ ਦੀ ਇਨਵੋਲਵਮੈਂਟ ਹੈਗੀ ਹੈ ਫਿਰ ਸਟੇਟ ਦੀਆਂ ਗਵਰਨਮੈਂਟਸ ਕੀ ਕਰ ਸਕਦੀਆਂ? ਸਟੇਟ ਤਾਂ ਕੁਝ ਨਹੀਂ ਕਰ ਸਕਦੀ ਕਿਉਂਕਿ ਇਹਦਾ ਡਿਪਾਰਟਮੈਂਟ ਆਫ ਫਾਰਮਾਸਿਊਟੀਕਲ ਨੇ MRP ਅਲਾਉ ਕਰਨਾ ਹੈ। ਇਹਦੇ ਲਈ NPPA ਬਣਿਆ ਹੋਇਆ, ਸਪੈਸ਼ਲ ਨੈਸ਼ਨਲ ਪ੍ਰਾਈਸ ਅਥਾਰਟੀ ਜਿਹੜੀ ਹੈ ਦਿੱਲੀ 'ਚ। ਗਰਗ ਜੀ, ਮੋਗਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਫਿਰ ਆਪਾਂ ਉਸੇ ਮੁੱਦੇ ਤੇ ਆ ਜਾਂਦੇ ਹਾਂ। ਕੈਂਡੀਡੇਟ ਕਿਵੇਂ ਜਾ? ਇੱਕ ਤਾਂ ਤੁਸੀਂ ਦੱਸਿਆ ਕਿ ਵਿਜ਼ਨ ਕੀ ਹੈ, ਮੋਗਾ ਸ਼ਹਿਰ ਨੂੰ ਕਿਵੇਂ ਤੁਸੀਂ ਅੱਗੇ ਲੈ ਕੇ ਜਾਣਾ ਹੈ, ਮੋਗਾ ਸ਼ਹਿਰ ਨੂੰ ਕਿਵੇਂ ਜਾਂ ਬਣਾਉਣਾ ਹੈ, ਉਹਦਾ ਵਿਜ਼ਨ ਹੋਣਾ ਚਾਹੀਦਾ ਹੈ। ਹੋਰ ਕੀ ਖਾਸੀਅਤ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਜਿਹੜੇ ਜਿੱਤਣ ਵਾਲੇ ਨੇ? ਪਹਿਲਾਂ ਸਾਡੇ ਲੋੜ ਹੈ, ਸਾਡੇ ਸ਼ਹਿਰ 'ਚ 2 ਤਾਂ ਅੰਡਰ ਜਾਂ ਓਵਰ ਬ੍ਰਿਜ ਦੀ ਲੋੜ ਹੈ ਸ਼ਹਿਰ 'ਚ, ਠੀਕ ਹੈ। ਮੋਗੇ 'ਚ ਕਮਿਊਨਿਟੀ ਹਾਲਾਂ ਦੀ ਲੋੜ ਹੈ, ਮੋਗੇ 'ਚ ਪਾਰਕਾਂ ਦੀ ਲੋੜ ਹੈ। ਉਹਦੇ ਲਈ ਕੈਂਡੀਡੇਟ ਕੀ ਕਹਿੰਦੇ ਆ ਵੀ ਅਸੀਂ ਕਰਾਂਗੇ ਕਿ ਨਹੀਂ ਕਰਾਂਗੇ? ਸਾਨੂੰ ਤਾਂ ਇਸ ਗੱਲ ਦਾ ਦੱਸਿਆ ਕੈਂਡੀਡੇਟ। ਹਾਂ, ਮੈਨੂੰ ਦੱਸੋ, 45 ਸਾਲ ਪਹਿਲਾਂ ਇੱਕਾ ਪੁਲ ਬਣਿਆ ਸੀਗਾ ਅੰਡਰ ਬ੍ਰਿਜ ਰੇਲਵੇ ਤੇ, ਠੀਕ ਹੈ। ਉਦੋਂ ਬਾਅਦ ਉਦੋਂ ਮੋਗੇ ਦੀ 30-35 ਹਜ਼ਾਰ ਆਬਾਦੀ ਹੁੰਦੀ ਹੋਊਗੀ, ਹੁਣ ਮੋਗੇ ਦੀ 3 ਲੱਖ ਆਬਾਦੀ ਹੋ ਗਈ। ਤੇ ਹੁਣ ਬਾਕੀ ਤੋਂ ਰੋਡਸ ਤੇ ਕਿਉਂ ਨਹੀਂ ਪੁਲ ਬਣਦੇ? ਅਸੀਂ ਸਾਰਾ ਮੋਗਾ ਇਸ ਪੁਲ ਤੇ ਡਿਪੈਂਡੈਂਟ ਹੈ। ਜਦੋਂ ਫਾਟਕ ਬੰਦ ਹੁੰਦੇ, ਜਦੋਂ ਮੀਂਹ ਪੈਂਦਾ, ਜਦੋਂ ਮੀਂਹ ਪੈਂਦਾ ਤਾਂ ਸਾਰਾ ਕੰਮ ਖੜ ਜਾਂਦਾ ਕਿਉਂ? ਉਹਦੇ ਪਾਣੀ ਭਰ ਜਾਂਦਾ ਹੈਗਾ, ਠੀਕ ਹੈ। ਮੋਗੇ 'ਚ ਕੋਈ ਕਮਿਊਨਿਟੀ ਹਾਲ ਹੈ? ਕਿਸੇ ਨੇ ਕੋਈ 100-200 ਬੰਦੇ ਦਾ ਕੋਈ ਮਰਨੇ ਜੰਮਣੇ ਦਾ ਕੋਈ ਫੰਕਸ਼ਨ ਕਰਨਾ ਕੋਈ ਹੈ ਇੱਥੇ? ਕੁਛ ਨਹੀਂ ਹੈ। ਜਗ੍ਹਾ ਇੰਨੀਆਂ ਪਈਆਂ ਕਾਰਪੋਰੇਸ਼ਨ ਕੋਲੇ ਅਨਲਿਮਟਿਡ। ਆ ਮੋਗੇ ਓਲਡ ਕਚਹਿਰੀ ਹੁੰਦੀ ਸੀ ਜਦੋਂ ਤੁਸੀਂ ਬੱਸ ਸਟੈਂਡ ਚੌਂਕ ਤੋਂ ਵੜਦੇ ਹੋ ਸੱਜੇ ਹੱਥ, ਉਹ ਖੋਖੇ ਲੱਗੇ ਮਗਰ ਸਾਰਾ ਏਰੀਆ ਖਾਲੀ ਪਿਆ, ਠੀਕ ਹੈ। 50-50 ਹਜ਼ਾਰ ਰੁਪਇਆ ਖੋਖੇ ਦਾ ਕਿਰਾਇਆ ਲਈ ਜਾਂਦੇ ਉਹ ਬੰਦੇ, ਤੇ ਉਸ ਉਹਨੂੰ ਮਾਰਕੀਟ ਕਿਉਂ ਨਹੀਂ ਡਿਵੈਲਪ ਕੀਤੀ ਜਾਂਦੀ? ਉਹਨਾਂ ਦਾ ਹਿੱਸਾ ਵੀ ਤਾਂ ਜਾਂਦਾ ਹੋਣਾ ਕੁਛ ਹੋਵੇ, ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਪਰ 50-50 ਹਜ਼ਾਰ ਰੁਪਇਆ ਖੋਖਿਆਂ ਦਾ ਕਿਰਾਇਆ ਹੈ ਜੀ ਉੱਥੇ। ਜੇ ਉਹਨੂੰ ਮਾਰਕੀਟ ਡਿਵੈਲਪ ਕੀਤੀ ਜਾਵੇ ਤਾਂ 100-200 ਦੁਕਾਨ ਬਣੂ, 100-200 ਪਰਿਵਾਰ ਦਾ ਰੁਜ਼ਗਾਰ ਤਾਂ ਬਣੂਗਾ। ਫਿਰ ਇਹ ਚੀਜ਼ਾਂ ਤੇ ਧਿਆਨ ਕਿਉਂ ਨਹੀਂ ਦਿੰਦੇ? ਜਦੋਂ ਇਹ ਲੋਕ MLA ਬਣ ਜਾਂਦੇ ਆ ਉਦੋਂ ਇਹਨਾਂ ਦੇ ਚਾਪਲੂਸਾਂ ਦਾ ਘੇਰਾ ਬਣ ਜਾਂਦਾ ਹੈ, ਠੀਕ ਹੈ। ਉਹ ਨਿਕਲਣ ਨਹੀਂ ਦਿੰਦੇ, ਉਹ ਨਵੇਂ ਇਹਨਾਂ ਨੂੰ ਸਕੀਮਾਂ ਦਿੰਦੇ ਆ। ਉੱਥੋਂ ਬਾਅਦ ਪਬਲਿਕ ਨੂੰ ਤਾਂ ਮਿਲਣ ਲਈ ਫਿਰ ਸਿਫਾਰਸ਼ਾਂ ਲੱਭਣੀਆਂ ਪੈਂਦੀਆਂ MLA ਨੂੰ। ਅੱਛਾ, ਤੁਸੀਂ ਜਿਹੜੀ ਤੁਹਾਡੀ ਐਸੋਸੀਏਸ਼ਨ ਹੈ ਕੈਮਿਸਟ ਐਸੋਸੀਏਸ਼ਨ, ਉਹਨਾਂ ਦੀ ਕੋਈ ਮੀਟਿੰਗ ਕੀਤੀ ਹੈ ਵੀ ਉਹਨਾਂ ਦੀ ਰਾਏ ਪੁੱਛੀ ਹੈ ਵੀ ਕਿਆ ਹੋਣਾ ਚਾਹੀਦਾ? ਕਰਾਂਗੇ ਜੀ ਅਜੇ। ਹਾਂ, ਅਜੇ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ, ਉਹਦੇ 'ਚ ਫੈਸਲਾ ਹੋਇਆ ਵੀ ਆਪਾਂ ਇੱਕ ਯੂਨੈਨਿਮਸਲੀ ਕੈਂਡੀਡੇਟ ਅਡਾਪਟ ਕਰਾਂਗੇ। ਤੇ ਅਜੇ ਅਸੀਂ ਦੇਖਦੇ ਹਾਂ, ਕੈਂਡੀਡੇਟ ਕੋਈ ਆਉਣ ਨੂੰ ਤਿਆਰ ਨਹੀਂ, ਇਸ ਗੱਲ ਤੇ ਦੱਸਣ ਨੂੰ ਤਿਆਰ ਨਹੀਂ ਮੇਰਾ ਵਿਜ਼ਨ ਕੀ ਹੈ। ਹਾਂ, ਮੇਰੇ ਕੋਲ ਤਾਂ ਕੈਂਡੀਡੇਟ 3 ਆ ਚੁੱਕੇ ਹੈ। ਆਪ ਵਾਲੇ ਮੈਡਮ ਡਾਕਟਰ ਅਮਨਦੀਪ ਕੌਰ ਆ ਚੁੱਕੇ ਹੈ, ਡਾਕਟਰ ਹਰਜੋਤ ਕਮਲ ਸਿੰਘ ਆ ਚੁੱਕੇ ਹੈ, ਠੀਕ ਹੈ। ਬਰਜਿੰਦਰ ਸਿੰਘ ਮੱਖਣ ਬਰਾੜ ਆ ਚੁੱਕਾ ਹੈ। ਵੀ ਮੀਟਿੰਗ ਕਰੋ। ਜਦੋਂ ਮਾਲਵਿਕਾ ਸੂਦ ਨਹੀਂ ਆਈ, ਅਜੇ ਮਾਲਵਿਕਾ ਸੂਦ ਨਹੀਂ ਆਈ। ਸੋਨੂ ਸੂਦ ਨੇ ਮੈਨੂੰ ਅਪਰੋਚ ਕੀਤਾ ਹੈ। ਹਾਂ, ਵੈਸੇ 2 ਮਹਿਲਾਵਾਂ ਦੀ ਜਿੰਨਾ ਕੁ ਮੈਨੂੰ ਜਾਣਕਾਰੀ ਹੈਗਾ ਟੱਕਰ ਲੱਗ ਰਹੀ ਮੋਗਾ ਸ਼ਹਿਰ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ? ਬਿਲਕੁਲ ਠੀਕ ਹੈ। ਆਪ ਦੀ ਵੀ ਬਹੁਤ ਹੈਗਾ ਤੇ ਕਾਂਗਰਸ ਦਾ ਵੀ ਹੈਗਾ। ਉਸ ਦੋਨਾਂ 'ਚੋਂ ਸੋਲਿਡ ਕੈਂਡੀਡੇਟ ਕੌਣ ਹੈ? ਨਹੀਂ, ਇਹ ਨਹੀਂ ਕੁਝ ਵੀ ਕਹਿ ਸਕਦੇ। ਸੋਲਿਡ ਤਾਂ ਅਜੇ ਪਹਿਲੀ ਵਾਰ ਹੈ, ਬਾਦਲ ਪਾਪਾ ਹੈ। ਹਾਂ, ਅਜੇ ਪਹਿਲੀ ਵਾਰ ਇਹਨਾਂ ਨੇ ਆਉਣਾ ਸਾਹਮਣੇ। ਸੋਨੂ ਸੂਦ ਦੇ ਆਉਣ ਦੇ ਨਾਲ ਉਹ ਨੈਸ਼ਨਲ ਪਾਰਟੀ ਹੈ, ਇਹ ਜਿਹੜੀ ਸਟੇਟ ਲੈਵਲ ਦੀ ਪਾਰਟੀ ਹੈ।
ਆਪ ਦੀ ਸਟੇਟ ਲੈਵਲ ਦੀ ਪਾਰਟੀ ਹੈ, ਕਾਂਗਰਸ ਨੈਸ਼ਨਲ ਪਾਰਟੀ ਹੈ। ਹਾਂ, ਸੋਨੂ ਸੂਦ ਦੇ ਆਉਣ ਦੇ ਨਾਲ ਉਹਨਾਂ ਦੀ ਭੈਣ ਜੇ ਚੋਣ ਮੈਦਾਨ ਦੇ ਵਿੱਚ ਹੈਗੇ ਨੇ ਤੇ ਵੋਟਾਂ ਨੂੰ ਫਰਕ ਪਊਗਾ, ਮੰਨਦੇ ਹੋ ਨਹੀਂ ਤੁਸੀਂ? ਸੋਨੂ ਸੂਦ ਦਾ ਕੋਈ ਨਹੀਂ ਹੈ, ਉਹ ਕਹਿੰਦਾ ਅਸੀਂ ਕੰਮ ਕਰਾਂਗੇ। ਮੈਂ ਪਿੱਛੇ ਵੀ ਕਹਿੰਦਾ ਕੰਮ ਕੀਤਾ ਕੋਵਿਡ 'ਚ, ਠੀਕ ਹੈ, ਉਹ ਤਾਂ ਇਸ ਚੀਜ਼ ਨੂੰ ਕਲੇਮ ਕਰਦਾ। ਮੈਂ ਸੋਸ਼ਲ ਵਰਕ ਦੇਖੋ ਗਰਗ ਜੀ, ਸੋਸ਼ਲ ਵਰਕ ਚੀਜ਼ ਅਲੱਗ ਹੈ। ਜਦੋਂ ਬੰਦਾ ਰਾਜਨੀਤੀ ਦੇ ਵਿੱਚ ਆਉਂਦਾ ਨਾ, ਰਾਜਨੀਤੀ ਫਿਰ ਚਿਹਰਾ ਬਦਲ ਜਾਂਦਾ ਨਾ। ਰਹੀ ਤਾਂ ਅਸੀਂ ਕਹਿੰਦੇ ਆ ਰਾਜਨੀਤੀ ਜਾ ਕੇ ਚਿਹਰਾ ਬਦਲ ਜਾਂਦਾ ਹੈਗਾ। ਰਾਜਨੀਤੀ ਤਾਂ ਉਹਨਾਂ ਦੇ ਚਾਪਲੂਸੀ ਉਹਨਾਂ ਨੂੰ ਘੇਰ ਲੈਂਦੇ ਆ, ਕੰਮ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਅਜੇ ਯੰਗਸਟਾਰ ਹੈ, ਕੰਮ ਬਹੁਤ ਕਰ ਸਕਦੇ ਆ ਇਹ, ਚਾਹੇ ਡਾਕਟਰ ਅਮਨਦੀਪ ਕੌਰ ਹੈ, ਚਾਹੇ ਡਾਕਟਰ ਮਾਲਵਿਕਾ ਸੂਦ ਹੈ, ਕੰਮ ਕਰ ਸਕਦੇ ਆ। ਪਰ ਕੰਮ ਕਰਨ ਦਾ ਇਹਨਾਂ ਨੂੰ ਮੌਕਾ ਤਾਂ ਹੈ ਜੇ ਆਪਦੇ ਆਲੇ ਦੁਆਲੇ ਦੇ ਬੰਦਿਆਂ ਤੋਂ ਦੂਰ ਰਹਿਣ। ਇੱਕ ਗੱਲ ਤਾਂ ਜ਼ਰੂਰ, ਡਾਕਟਰ ਜਿਹੜੀ ਅਮਨਦੀਪ ਆ ਉਹ ਵੀ ਬੜੀ ਸੌਫਟ ਹੈ, ਬੜੀ ਪੜ੍ਹੀ ਲਿਖੀ ਹੈ। ਤੇ ਮਾਲਵਿਕਾ ਉਹ ਵੀ ਫਰੈਸ਼ ਹੈ ਜੇ, ਬਿਲਕੁਲ ਉਹ ਵੀ ਸੌਫਟ ਹੈ, ਬਹੁਤ ਪੜ੍ਹੀ ਲਿਖੀ ਬਹੁਤ ਹੈ। ਫੈਮਿਲੀ ਕੀ ਬੈਕਗ੍ਰਾਉਂਡ ਉਹਦੀ ਬਹੁਤ ਪੁਰਾਣੀ ਹੈ ਔਰ ਬਹੁਤ ਜ਼ਬਰਦਸਤ ਹੈ। ਬਹੁਤ ਬਹੁਤ ਧੰਨਵਾਦ ਸਾਨੂੰ ਸਮਝਣ ਲਈ। ਠੀਕ ਹੈ ਜੀ। ਸੋ ਰਾਜੀਵ ਗਰਗ ਮੋਗਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ, ਜਿਨ੍ਹਾਂ ਵੱਲੋਂ ਇੱਕ ਗੱਲ ਜਿਹੜੀ ਕਹੀ ਜਾਂਦੀ ਹੈ ਕਿਤੇ ਨਾ ਕਿਤੇ ਇਸ ਗੱਲ ਨੂੰ ਇਸ਼ਾਰਾ ਕਰਦੀ ਹੈ ਕਿ ਵਿਜ਼ਨ ਕੀ ਹੈ, ਕੈਂਡੀਡੇਟ ਦਾ ਵਿਜ਼ਨ, ਪਾਰਟੀਆਂ ਦਾ ਵਿਜ਼ਨ ਕੀ ਹੈ। ਮੋਗਾ ਸ਼ਹਿਰ ਅੱਜ ਵੀ ਉੱਥੇ ਹੀ ਖੜਾ ਜਿਹੜਾ ਅੱਜ ਤੋਂ 25 ਸਾਲ ਪਹਿਲਾਂ ਸੀ। ਸਰਕਾਰਾਂ ਵੀ ਬਦਲੀਆਂ, ਲੀਡਰ ਵੀ ਆਏ, ਪਰ ਮੋਗਾ ਉਵੇਂ ਦਾ ਉਵੇਂ ਹੀ ਹੈ। ਪਰ ਇਸ ਵਾਰ ਉਹ ਚਾਹੁੰਦੇ ਨੇ, ਯਾਨੀ ਕਿ ਉਹੀ ਨਹੀਂ ਚਾਹੁੰਦੇ, ਪੂਰਾ ਜਿੰਨੇ ਵੀ ਵਪਾਰੀ ਨੇ, ਖਾਸ ਤੌਰ ਤੇ ਮੋਗਾ ਦੇ ਮੇਨ ਬਾਜ਼ਾਰ ਦੀ ਗੱਲ ਕੀਤੀ ਜਾਵੇ, तमाम ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਨੇ, ਸ਼ੋਰੂਮਸ ਨੇ, ਹਰ ਜਿਹੜਾ ਦੁਕਾਨਦਾਰ ਇਸ ਬਾਜ਼ਾਰ ਦੇ ਵਿੱਚ ਮੌਜੂਦ ਹੈ ਤੇ ਉਹਨਾਂ ਦਾ ਇੱਕੋ ਹੀ ਕੰਮ ਹੈ ਜਾਂ ਇੱਕੋ ਹੀ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਵਿਜ਼ਨ ਦੱਸਿਆ ਜਾਵੇ, ਉਸੇ ਦੇ ਮੁਤਾਬਕ ਉਹਨਾਂ ਵੱਲੋਂ ਕੈਂਡੀਡੇਟ ਚੁਣਿਆ ਜਾਵੇਗਾ। ਕੈਮਰਾਮੈਨ ਰਮੇਸ਼ ਦੇ ਨਾਲ ਪ੍ਰਲਾਦ ਸੰਗੇਲੀਆ, ਦਾ ਸਟੋਰੀ ਟੀਵੀ, ਮੋਗਾ।